एक साल पहला अमनदीप हस्पताल ਦੇ ਵਿੱਚ पेन क्लीनिक की शुरुआत की गई सी उन्हां मरीजों के इलाज वास्ते जिन्होंने दर्द तो छुटकारा नहीं मिलता है। पुराने मरीज हो जाते हैं, पुरानियां दर्दां हो जांदियां ने, चल नहीं पाते हैं, फिर उस तो बाद जिंदगी कितनी मुश्किल हो जाती है। एक साल दे विच इन्हां दीयां की उपलब्धियां रही ते की इन्होंने काम किए ने। साडे नाल ने अमनदीप हॉस्पिटल के डॉक्टर परमप्रीत सिंह ते नाल डॉक्टर स्वागतीश। पहले गलबात करांगे। डॉक्टर परम, एक साल हो गया तुहानूं जी ये पेन क्लीनिक मैनेजमेंट की शुरुआत की सी। एक साल दे विच की तुसी रिजल्ट इहदे सामने आए? एक साल दे विच जी असी बहुत खुशी नाल तुहानूं दसना चाहांगे कि असी 500 तो वध जिहड़े आ सक्सैसफुल प्रोसीजर्स कर चुके हैं। तकरीबन जे गल करिए 500 प्रोसीजर्स तक पहुँचते पहुँचते जिहड़ा एक साल का सफ़र रहा, सो बहुत चैलेंजिंग भी रहा है तो बड़ी खुशी हुंदी है जदों साडे मरीज आके सानू अपना फीडबैक दिंदे आ या दसदे आ कि असी बहुत सौखे हो गए हैं। साडे जिहड़े जोड़ां दीयां दर्दां ने, गोडे दी दर्द हो गई, मोढे दी या कमर दी दर्द हो गई, असी हुण अपना जीवन जिहड़ा नॉर्मल डे टू डे एक्टिविटी सारियां कर पा रहे हैं। दर्द तो पीड़ित सीगे, हुण दर्द साडी है नहीं, बिना दर्द तो जिहड़ा अपना जिंदगी गुजार रहे हैं। डॉक्टर साहब, ये बड़ा देखो कहते हैरानीजनक गल है कि बिना ऑपरेशन तो ही मरीज नूं जिहड़ी है दर्द तो छुटकारा। वैसे तो ये कहा जाता है कि कोई पेशेंट नूं दर्द दा उदों छुटकारा मिलता जदों कोई पेन किलर ला लैंदा है या कोई इंजैक्शन ला लैंदा है। ये किहड़ी टैक्नीक है जिहड़ी तुसीं शुरू कीती है जिहदे नाल, ते क्या ये जिहड़ी ये पेन तो रिलीफ है ये टैंपरेरी है या परमानेंट है? जी ਇਹਦੇ ਵਿੱਚ पेन क्लीनिक ਦੇ ਵਿੱਚ ਜਿਹੜੀ ਸਭ ਤੋਂ ਪਹਿਲੀ ਗੱਲ ਹੈ, ਇਹ ਸਾਰੀਆਂ ਟੈਕਨੀਕਸ ਨੌਨ ਸਰਜੀਕਲ ਨੇ, ਬਿਨਾਂ ਸਰਜਰੀ ਤੋਂ ਇਲਾਜ ਕੀਤਾ ਜਾਂਦਾ ਹੈ। ਕਈ ਸਾਰੀਆਂ ਟੈਕਨੀਕਸ ਹਨ ਜਿਨ੍ਹਾਂ ਦੀ ਮੈਂ ਗੱਲ ਕਰਾਂ। ਇੱਕ ਟੈਕਨੀਕ PRP ਹੈ ਜਿਸ ਦੇ ਵਿੱਚ ਮਰੀਜ਼ ਦਾ ਆਪਣਾ ਖੂਨ ਲੈ ਕੇ ਥੋੜ੍ਹਾ ਜਿਹਾ ਉਹਦੇ ਵਿੱਚੋਂ ਸੈੱਲ ਤਿਆਰ ਕੀਤੇ ਜਾਂਦੇ ਹਨ ਜੋ ਜੋੜਾਂ ਦੇ ਵਿੱਚ ਰਿਪੇਅਰ ਦਾ ਅਤੇ ਗਰੀਸ ਬਣਾਉਣ ਦਾ ਕੰਮ ਕਰਦੇ ਹਨ, ਜਿਹਦੇ ਨਾਲ ਦਰਦ ਰੁਕ ਜਾਂਦੀ ਹੈ। ਸੋ ਇਹ ਜਿਹੜੀ ਵਿਧੀ ਹੈ, ਜਿਹੜੇ ਜਿਨ੍ਹਾਂ ਮਰੀਜ਼ਾਂ ਦੀ ਉਮਰ ਘੱਟ ਹੈ ਅਤੇ ਦਰਮਿਆਨੇ ਕਹਿ ਲਓ ਜੋੜ ਖਰਾਬ ਹਨ, ਉਹਨਾਂ ਵਿੱਚ ਬਹੁਤ ਕਾਮਯਾਬ ਹੈ। ਜੇਕਰ ਜ਼ਿਆਦਾ ਬਿਰਧ ਜਿਹੜੇ ਮਰੀਜ਼ਾਂ ਦੀ ਗੱਲ ਕਰੀਏ ਜਿਨ੍ਹਾਂ ਦੇ ਜੋੜ ਜਾਂ ਗੋਡੇ ਬਹੁਤ ਜ਼ਿਆਦਾ ਖਰਾਬ ਹਨ ਅਤੇ ਕਿਸੇ ਕਾਰਨ ਕਰਕੇ ਆਪਰੇਸ਼ਨ ਨਹੀਂ ਹੋ ਸਕਦਾ ਜਾਂ ਕਰਾਉਣ ਵਿੱਚ ਹਜੇ ਉਹ ਸਮਰੱਥਾ ਨਹੀਂ ਹੈ, ਉਹਨਾਂ ਵਾਸਤੇ ਇੱਕ ਟੈਕਨੀਕ ਸਾਡੇ ਕੋਲ ਰੇਡੀਓ ਫ੍ਰੀਕੁਐਂਸੀ ਅਬਲੇਸ਼ਨ ਹੈ, ਜਿਹਦੇ ਨਾਲ ਕਿ ਉਹਨਾਂ ਦੀ ਦਰਦ ਜਿਹੜੀ ਹੈ ਟੂ ਦ ਟਿਊਨ ਆਫ ਕਹਿ ਲਓ ਤੁਸੀਂ 70 ਤੋਂ 85% ਅਸੀਂ ਘਟਾ ਸਕਦੇ ਹਾਂ। ਇਹਦੇ ਵਿੱਚ ਅਸੀਂ ਸਫਲ ਹੋਏ ਹਾਂ ਅਤੇ ਇਹਨਾਂ ਦਾ ਜਿਹੜਾ ਰਿਜ਼ਲਟ ਹੈ बहुत लॉन्ग लास्टिंग हुंदा है, काफ़ी देर तक रहिंदा है। तकरीबन साल 2 मरीज़ दे सौखे निकल जाते हैं। ਅਤੇ ਹੁਣ ਸਾਡੇ ਕੋਲ ਕਈ ਮਰੀਜ਼ ਆਪਣੇ ਰਿਸ਼ਤੇਦਾਰ ਵੀ ਲੈ ਕੇ ਆ ਰਹੇ ਹਨ ਜਿਹੜੇ ਕਹਿੰਦੇ ਹਨ ਕਿ ਅਸੀਂ ਦਰਦ ਤੋਂ ਬਹੁਤ ਜ਼ਿਆਦਾ ਸੌਖੇ ਹੋ ਗਏ ਹਾਂ ਅਤੇ ਤੁਸੀਂ ਸਾਡੇ ਰਿਸ਼ਤੇਦਾਰਾਂ ਵਿੱਚ ਵੀ ਇਸ ਦਾ ਜਿਹੜਾ ਆ ਉਹਨਾਂ ਦਾ ਵੀ ਟਰੀਟਮੈਂਟ ਕਰੋ ਇਸੇ ਸੇਮ ਟੈਕਨੀਕ ਨਾਲ। ਡਾਕਟਰ ਸਾਹਿਬ, ਕਿਆ ਇਹ ਯੂਥ ਦੇ ਵਿੱਚ ਵੀ ਜਿਹੜੀ ਹੈ ਇਹ ਟੈਕਨੀਕ ਫਾਇਦੇਮੰਦ ਹੈ ਜਾਂ ਉਹਨਾਂ ਲਈ ਫਾਇਦੇਮੰਦ ਹੈ ਜਿਨ੍ਹਾਂ ਦੇ ਜਿਵੇਂ ਤੁਸੀਂ ਕਿਹਾ ਵੀ ਆਪਰੇਸ਼ਨ ਨਹੀਂ ਹੋ ਸਕਦੇ ਸੀ ਕਿਸੇ ਕਾਰਨ ਉਹਨਾਂ ਲਈ, ਅਤੇ ਇਹਦੇ ਨਾਲ ਕਿਆ ਰਿਲੀਫ ਦਰਦ ਤੋਂ ਹੀ ਮਿਲਦਾ ਜਾਂ ਉਹਦੀ ਜ਼ਿੰਦਗੀ ਸੌਖੀ ਹੋ ਜਾਂਦੀ? ਕਿਉਂਕਿ ਆਮ ਤੌਰ 'ਤੇ ਦੇਖਿਆ ਜਾਂਦਾ ਵੀ ਜਿਹੜੇ ਲੋਕ ਆਪਰੇਸ਼ਨ ਨਹੀਂ ਕਰਾ ਸਕਦੇ ਜਾਂ ਉਹਨਾਂ ਦੇ ਆਪਰੇਸ਼ਨ ਕਿਸੇ ਕਾਰਨ ਨਹੀਂ ਹੋ ਸਕਦੇ ਅਤੇ ਫਿਰ ਉਹ ਵਿੰਗੇ ਟੇਢੇ ਤੁਰਨ ਲੱਗ ਪੈਂਦੇ ਆ। ਬਿਲਕੁਲ। ਸੋ ਇਸ ਦੇ ਵਿੱਚ ਸਭ ਤੋਂ ਜ਼ਰੂਰੀ ਜਿਹੜੀ ਚੀਜ਼ ਸਮਝਣ ਵਾਲੀ ਇਹ ਹੈ ਕਿ ਪੇਸ਼ੈਂਟ ਦੀ ਜਿਹੜੀ ਚੋਣ ਜਿਹੜੀ ਡਾਕਟਰ ਦੁਆਰਾ ਕੀਤੀ ਜਾਣੀ ਹੈ ਉਹ ਬਹੁਤ ਮਹੱਤਵਪੂਰਨ ਹੈ। ਸੋ ਉਹਦੇ ਚੋਣ ਦੇ ਹਿਸਾਬ ਦੇ ਨਾਲ ਹੀ ਪੇਸ਼ੈਂਟ ਡਾਕਟਰ ਨੇ ਤੈਅ ਕਰਨਾ ਹੈ ਕਿ ਇਸ ਨੂੰ ਕਿਹੜੀ ਟੈਕਨੀਕ ਦੀ ਜਿਹੜੀ ਹੈ ਸਭ ਤੋਂ ਜ਼ਿਆਦਾ ਲੋੜ ਹੈ ਅਤੇ ਜਿਸ ਨਾਲ ਇਹਦਾ ਸਭ ਤੋਂ ਜ਼ਿਆਦਾ ਫਾਇਦਾ ਹੋ ਸਕਦਾ ਹੈ। ਉਸੇ ਹਿਸਾਬ ਦੇ ਨਾਲ ਹੀ ਉਹਦਾ ਟਰੀਟਮੈਂਟ ਕਰਕੇ ਉਸ ਨੂੰ ਇੱਕ ਪ੍ਰੋਪਰ ਟਰੀਟਮੈਂਟ ਤੋਂ ਬਾਅਦ ਜਿਹੜੀ ਹੈ ਪ੍ਰੋਟੋਕੋਲ ਦਿੱਤੀ ਜਾਂਦੀ ਹੈ, ਕਿਹੜੀ ਉਸਨੇ ਕਸਰਤ ਕਰਨੀ ਹੈ, ਆਪਣਾ ਖਾਣ ਪੀਣ ਦਾ ਕਿਸ ਤਰ੍ਹਾਂ ਪਰਹੇਜ਼ ਰੱਖਣਾ ਹੈ ਅਤੇ ਕਿਹੜੀਆਂ ਚੀਜ਼ਾਂ ਖਾਣੀਆਂ ਹਨ, ਕਿਹੜੀਆਂ ਚੀਜ਼ਾਂ ਅਵੋਇਡ ਕਰਨੀਆਂ ਹਨ ਅਤੇ ਉੱਠਣਾ ਬੈਠਣਾ ਕਿਸ ਤਰ੍ਹਾਂ ਹੈ, ਕਿਸ ਤਰ੍ਹਾਂ ਉਹ ਲੰਬੇ ਸਮੇਂ ਤੱਕ ਜਿਹੜਾ ਹੈ ਆਪਣੀ ਦਰਦ ਤੋਂ ਨਿਜਾਤ ਪਾ ਸਕਦੇ ਹਨ। ਦੂਸਰੀ ਗੱਲ ਜਿਹੜੀ ਤੁਸੀਂ ਕਿਹਾ ਕਿ ਇਹਦੇ ਨਾਲ ਡੈਫੀਨੇਟਲੀ ਜਿਹੜੀ ਕੁਆਲਿਟੀ ਆਫ ਲਾਈਫ ਹੈ ਮਰੀਜ਼ਾਂ ਦੀ ਉਹ ਬਹੁਤ ਵਧੀਆ ਇੰਪਰੂਵਮੈਂਟ ਦੇਖਣ ਨੂੰ ਮਿਲੀ ਹੈ। ਅਸੀਂ ਪਿਛਲੇ ਮਹੀਨੇ ਹੀ ਮੈਂ ਤੁਹਾਨੂੰ ਦੱਸ ਦਿਆਂ ਕਿ ਇੱਕ ਇੰਟਰਨੈਸ਼ਨਲ ਮੈਡੀਕਲ ਜਰਨਲ 'ਚ ਆਪਣੀ ਸਟੱਡੀ ਪਬਲਿਸ਼ ਕੀਤੀ ਹੈ ਅਮਨਦੀਪ ਹਸਪੀਟਲ ਵੱਲੋਂ, ਜਿਹਦੇ ਵਿੱਚ ਅਸੀਂ ਕਰੋਨਿਕ ਪੇਨ ਜਿਹੜੀ ਕੂਹਣੀ ਦੀ ਸੀਗੀ ਉਹਦੇ 'ਤੇ ਸ਼ੋਧ ਕੀਤਾ ਸੀਗਾ। ਉਹ ਐਕਸੈਪਟ ਹੋਈ ਅਤੇ ਉਹ ਇੰਟਰਨੈਸ਼ਨਲ ਮੈਡੀਕਲ ਜਰਨਲ ਦੇ ਵਿੱਚ ਪ੍ਰਕਾਸ਼ਿਤ ਹੋਈ ਹੈ ਅਤੇ ਇਹ ਪੰਜਾਬ ਦੀ ਇਕਲੌਤੀ ਅਤੇ ਪਹਿਲੀ ਮੈਂ ਕਹਾਂਗਾ ਸਟੱਡੀ ਹੈ ਜਿਹੜੀ ਇਸ ਲੈਵਲ ਤੱਕ ਪਹੁੰਚੀ ਹੈ ਅਤੇ ਜਿਸ ਨੇ ਆਪਣੇ ਰਿਜ਼ਲਟ ਬਕਾਇਦਾ ਇੰਟਰਨੈਸ਼ਨਲ ਲੈਵਲ 'ਤੇ ਦਿਖਾਏ ਹਨ। ਡਾਕਟਰ ਸਾਹਿਬ, 500 ਪੇਸ਼ੈਂਟ 'ਤੇ ਤੁਸੀਂ ਸਟੱਡੀ ਕੀਤੀ ਹੈ ਅਤੇ ਸਟੱਡੀ 'ਚ ਨਿਕਲ ਕੇ ਕੀ ਆਇਆ? ਕੀ ਕਾਰਨ ਹੈ? ਪੇਨ ਦੇ ਕੋਈ ਨਾ ਕੋਈ ਤਾਂ ਕਾਰਨ ਹੋਣਗੇ ਨਾ ਜੀ, ਵੀ ਕਾਰਨ ਕੀ ਹੈ? ਵੀ जोड़ किस्म के या जोड़ खराब होने या दर्द होने क्या कारण निकल के सामने आए तो ये एज ग्रुप की सामने आए तो तुसीं क्या सुझाव देना चाहोगे लोगों को जिहदे नाल दर्द तो बीमारी
कहना भी प्रिवेंशन इज़ बेटर दैन क्योर। ਜੀ ਬਿਲਕੁਲ, ਪ੍ਰੀਵੈਂਸ਼ਨ ਇਜ਼ ਡੈਫੀਨੇਟਲੀ ਬੈਟਰ। ਸਭ ਤੋਂ ਪਹਿਲੀ ਚੀਜ਼ ਤਾਂ ਇਹ ਹੈ ਕਿ ਆਪਣੀ ਦਰਦ ਬਾਰੇ ਮਰੀਜ਼ ਨੂੰ ਜਾਣੂ ਹੋਣਾ ਚਾਹੀਦਾ ਤੇ ਇਸ ਨੂੰ ਛੁਪਾਉਣਾ ਨਹੀਂ ਚਾਹੀਦਾ ਤੇ ਸਹੀ ਸਮੇਂ 'ਤੇ ਆਪਣੇ ਡਾਕਟਰ ਜਾਂ ਕਿਸੇ ਸਪੈਸ਼ਲਿਸਟ ਦੀ ਸਲਾਹ ਲੈਣੀ ਬਹੁਤ ਜ਼ਰੂਰੀ ਹੈ, ਤਾਂ ਕਿ ਇਹ ਨਾ ਹੋਵੇ ਜਦੋਂ ਤੱਕ ਉਹ ਆਪਣੇ ਡਾਕਟਰ ਨੂੰ ਮਿਲੇ ਉਹ ਬਹੁਤ ਹੀ ਜ਼ਿਆਦਾ ਲੇਟ ਹੋ ਜਾਵੇ, ਉਸ ਦੀ ਬਿਮਾਰੀ ਜਿਹੜੀ ਹੈ ਬਹੁਤ ਅੱਗੇ ਵੱਧ ਚੁੱਕੀ ਹੋਵੇ। ਦੂਸਰੀ ਗੱਲ, ਏਜ ਦੀ ਅਗਰ ਗੱਲ ਕਰੀਏ ਤਾਂ ਹੈਲਦੀ ਲਾਈਫ ਸਟਾਈਲ ਜਿਹੜਾ ਹੈਗਾ ਹਰ ਏਜ ਨੂੰ ਜਿਹੜਾ ਹੈ ਚਾਹੀਦਾ ਹੈ ਅਤੇ ਹਰ ਏਜ ਵਿੱਚ ਇਹ ਲਾਈਫ ਸਟਾਈਲ ਜ਼ਰੂਰੀ ਹੈ, ਤਾਂ ਕਿ ਉਹਨਾਂ ਦੇ ਜਿਹੜੇ ਜੋੜ ਹਨ ਸਾਰੇ ਤੰਦਰੁਸਤ ਰਹਿਣ, ਸਿਹਤਮੰਦ ਰਹਿਣ। ਅਤੇ ਦੇਖਣ ਨੂੰ ਮਿਲਿਆ ਹੈ ਕਈ ਜਿਸ ਤਰ੍ਹਾਂ ਅੱਜ ਕੱਲ੍ਹ ਯੰਗ ਪੇਸ਼ੈਂਟਸ ਹਨ, ਕੋਈ ਸਪੋਰਟਸ ਕਰਦੇ ਹੋਏ ਇੰਜਰੀਜ਼ ਹੋ ਜਾਂਦੀਆਂ ਹਨ ਕਈ ਕਿਸਮ ਦੀਆਂ, ਗੋਡੇ ਦੇ ਵਿੱਚ ਜਾਂ ਮੋਢੇ ਦੇ ਵਿੱਚ। ਸੋ ਉਹਨਾਂ ਇੰਜਰੀਜ਼ ਦਾ ਵੀ ਜਿਹੜਾ ਇਲਾਜ ਹੈ ਹੁਣ ਬਿਨਾਂ ਸਰਜਰੀ ਤੋਂ ਸੰਭਵ ਹੈਗਾ, ਉਹ ਪੇਨ ਕਲੀਨਿਕ ਦੇ ਵਿੱਚ ਸੰਭਵ ਹੈਗਾ ਜੀ। ਡਾਕਟਰ ਸਾਹਿਬ ਤੁਸੀਂ 500 ਤੇ ਸਟੱਡੀ ਕੀਤੀ, ਨਿਕਲ ਕੇ ਕੀ ਆਇਆ ਸਾਹਮਣੇ ਦੀ ਵੀ ਕੀ ਕਾਰਨ ਹੈ ਜੀ? ਇਹਦੇ ਵਿੱਚ ਇਹੀ ਨਿਕਲ ਕੇ ਆਇਆ ਜੀ ਕਿ ਜਿਹੜੇ ਪੇਸ਼ੈਂਟ ਦੀ ਸਿਲੈਕਸ਼ਨ ਅਗਰ ਠੀਕ ਕੀਤੀ ਜਾਵੇ ਡਾਕਟਰ ਵੱਲੋਂ ਤੇ ਬਿਨਾਂ ਸਰਜਰੀ ਤੋਂ ਵੀ ਉਹਨਾਂ ਦੀ ਦਰਦ ਮੈਨੇਜ ਕੀਤੀ ਜਾ ਸਕਦੀ ਹੈ। ਉਹਨਾਂ ਦੀ ਰੀਜ਼ਨ ਕੀ ਸੀ ਜੀ? ਜੈਸੇ ਪੇਨ ਦੇ ਡਿਫਰੈਂਟ ਰੀਜ਼ਨ ਸੀਗੇ, ਜੋ ਸੱਟ ਲੱਗ ਗਈ ਜਾਂ ਕਈ ਵਾਰੀ ਹੁੰਦਾ ਨਾ ਦੀ ਲਾਈਫ ਸਟਾਈਲ ਜਿਹੜਾ ਉਹ ਖਰਾਬ ਹੋ ਗਿਆ, ਇਹ ਮੈਂ ਪੁੱਛ ਰਿਹਾ ਜੀ। ਇਹ ਰੀਜ਼ਨਸ ਮੈਂ ਤੁਹਾਨੂੰ ਦੱਸਾਂ ਕਿ ਸਾਰੇ ਮਿਕਸ ਸੀਗੇ। ਕਈਆਂ ਦੇ ਵਿੱਚ ਇੰਜਰੀਜ਼ ਸੀਗੀਆਂ, ਕਈ ਏਜ ਰਿਲੇਟਡ ਸੀਗੇ, ਲਾਈਫ ਸਟਾਈਲ ਰਿਲੇਟਡ ਜਿਹੜੇ ਸੀਗੇ ਉਹ ਵੀ ਰੀਜ਼ਨ ਸੀਗੇ, ਜਿਸ ਤਰ੍ਹਾਂ ਕਿ ਮੋਟਾਪਾ ਸੀ ਕਈ ਪੇਸ਼ੈਂਟਸ ਵਿੱਚ, ਸ਼ੂਗਰ ਦੇ ਕਈ ਮਰੀਜ਼ ਸਨ। ਸੋ ਇਹ ਸਾਰੇ ਜਿੰਨੇ ਵੇਰੀਏਬਲਸ ਹਨ, ਕਈਆਂ ਨੂੰ ਗੈਂਠੀਆ ਸੀਗਾ, ਕਈਆਂ ਦੇ ਵਿੱਚ ਸਰਜਰੀਜ਼ ਹੋਈਆਂ ਸਨ, ਬਟ ਬਿਨਾਂ ਸਰਜਰੀ ਦੇ ਬਾਵਜੂਦ ਵੀ ਉਹਨਾਂ ਨੂੰ ਦਰਦ ਤੋਂ ਨਿਜਾਤ ਨਹੀਂ ਸੀ ਮਿਲ ਰਿਹਾ। ਸੋ 8 ਤੋਂ 10 ਜਿਹੜੇ ਅਸੀਂ ਕਾਰਨ ਸੀ ਉਹ ਫੜ ਕੇ ਉਹਨਾਂ ਦਾ ਸ਼ੋਧ ਕੀਤਾ ਅਤੇ ਇਹ ਦੇਖਿਆ ਕਿ ਅਸੀਂ ਇਹਨਾਂ ਕਾਰਨਾਂ ਦੇ ਬਾਵਜੂਦ ਕੀ ਅਸੀਂ ਇਹਨਾਂ ਮਰੀਜ਼ਾਂ ਦੀ ਦਰਦ ਦਾ ਇਲਾਜ ਕਰ ਸਕਦੇ ਹਾਂ, ਅਤੇ ਰਿਜ਼ਲਟ ਬਹੁਤ ਵਧੀਆ ਰਿਹਾ ਜੀ। ਅਸੀਂ ਬਹੁਤ ਖੁਸ਼ ਹਾਂ ਰਿਜ਼ਲਟਸ ਤੋਂ ਅਤੇ ਆਪਣੇ ਮਰੀਜ਼ਾਂ ਦਾ ਧੰਨਵਾਦ ਕਰਦੇ। ਡਾਕਟਰ ਸਾਹਿਬ ਤੁਹਾਡੇ ਲਈ ਵੀ ਦੇਖੋ ਇੱਕ ਨਵੀਂ ਚੀਜ਼ ਸੀ, ਕਿਉਂਕਿ ਨਵਾਂ ਪੇਨ ਮੈਨੇਜਮੈਂਟ ਤੁਸੀਂ ਸ਼ੁਰੂ ਕੀਤਾ ਸੀਗਾ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਕਿ ਤੁਸੀਂ 1 ਸਾਲ ਦੇ ਵਿੱਚ 500 ਪੇਸ਼ੈਂਟਸ ਨੂੰ ਜਿਹੜੀ ਹੈ ਉਹ ਦਰਦ ਤੋਂ ਨਿਜਾਤ ਦਵਾਈ ਹੈ। ਹੁਣ ਗੱਲਬਾਤ ਕਰਾਂਗੇ ਸਾਡੇ ਨਾਲ ਨੇ डॉक्टर स्वागतेश, इसी टीम का हिस्सा ने। डॉक्टर साहब जैसे इन्होंने बताया कि PRP सेल, पहले तो ये मैं आपसे जानना चाहूँगा ये क्या, क्योंकि हम दर्शकों को बताना चाहेंगे भी किस तरह एक पेशेंट के ब्लड को लिया जाता है और किस तरह उसके पेशेंट के ब्लड से ही पेशेंट का इलाज किया जाता है। जी, तो PRP जो है ये एक टाइप की रीजेनरेटिव इंजेक्शन ट्रीटमेंट है। इसका नाम है प्लेटलेट रिच प्लाज्मा। जब भी आपकी शरीर में कोई घाव होता है तो आपका शरीर वहाँ पे प्लेटलेट्स भेजता है उसको हीलिंग होने के लिए। बट जब कंडीशन क्रॉनिक हो जाती है, माने कई साल के लिए वो कंडीशन हो जाती है, तो बॉडी उसको हील नहीं करता है नेचुरली। इसीलिए हम उसी चीज़ को ट्रीट करने के लिए हम एक इंजेक्शन देते हैं प्लेटलेट रिच प्लाज्मा का। अब ये लिया कैसे जाता है? पेशेंट का तकरीबन जस्ट 30 ml ब्लड हम ड्रॉ करते हैं और उसको सेंट्रीफ्यूज करते हैं हाई स्पीड में। उससे क्या है, ये प्लेटलेट्स एक्सट्रैक्ट हो जाते हैं 4 to 5 ml। तो वो 4 to 5 ml हम लोग निकाल के डिजीज़ या डैमेज्ड एरिया में इंजेक्ट करते हैं। जैसे आपका नी हो गया तो नी में करते हैं, एल्बो हो गया तो एल्बो में, हिप हो गया तो हिप में, वैसे। सो डिपेंडिंग ऑन द डैमेज हम ये यूज़ करते हैं। सो आप सोच सकते हैं कि आप पेशेंट के ओन ब्लड से हम प्लेटलेट्स ले रहे हैं और इंजेक्ट कर रहे हैं, तो इसमें साइड इफ़ेक्ट प्रोफाइल ऑलमोस्ट निल है। सो आप जो पेन की दवाइयाँ खा रहे हैं उसमें ज़्यादा साइड इफ़ेक्ट है। डॉक्टर साहब ये कितनी बार ये प्रोसीजर रिपीटेडली करना पड़ता है? प्रोसीजर कि पेशेंट से ब्लड लिया, उसको अपने मशीन में डाला, फिर उसके प्लेटलेट से अलग किए, क्योंकि आमतौर पर ये देखने में आया है कि लोग डॉक्टर के पास जाने की बजाय सेल्फ मेडिकेशन के चक्कर में पड़ जाते हैं, जो उसके सेहत के विपरीत प्रभाव जो हैं वो डालते हैं, फ़ायदे की बजाय नुकसान होने लगता है। तो ये सेल्फ मेडिकेशन की वजह से किडनियाँ ख़राब होती है, गैस्ट्रिक लाइनिंग ख़राब होती है, लिवर भी ख़राब हो सकता है। इसके इतने साइड इफ़ेक्ट होते हैं जो लोगों को पता नहीं होते हैं। जबकि ये ट्रीटमेंट PRP, प्रोलोथेरेपी और ये जो टाइप की रीजनरेटिव ट्रीटमेंट्स है, ये बथेरे सालों से एक्चुअली वेस्टर्न वर्ल्ड में चल रहा है। एथलीट्स लोग हर साल 2 साल में भी समटाइम्स दे हैव टू गेट दीज ट्रीटमेंट्स। बट डिपेंड करता है कि आपकी नेचर ऑफ इंजरी क्या है। अब जो छोटा जॉइंट ट्रीट कर रहे हैं, एंकल या एल्बो, आपका सिर्फ 1 PRP या 2 PRP में भी कभी कभार रिजल्ट आ जाता है। नी में अगर कभी कभार 2 से 3 PRP लग ही जाते हैं करने के लिए। और एक चीज़ है कि ये पेशेंट टू पेशेंट ऑल्सो लिटिल डिफरेंसेस होते हैं, क्योंकि आपको भी मालूम है हर मरीज़ एक जैसा नहीं है। सो हमें पेशेंट को देखना होता है, उनका क्या रिस्पॉन्स है टुवर्ड्स ट्रीटमेंट, और उस हिसाब से हम फ्यूचर प्लानिंग भी करते हैं। और डॉक्टर साहब आप कुछ पेशेंट्स को बताना चाहिए, देखिए कि
बीमारी जो है वो होने से देखिए, एक जो तो एज के साथ साथ, उम्र के साथ साथ जो चेंजेस हैं उसको तो नहीं ठीक किया जा सकता, लेकिन कुछ ऐसी चीज़ें सामने आई हैं। लोग आजकल सोशल मीडिया, मोबाइल और ये चीज़ें बहुत समय बिताते हैं, ग्राउंड्स में जाना बंद हो गए। उनके लिए क्या मैसेज देना चाहेंगे आप? जी, ये वन ऑफ द इम्पॉर्टेंट पार्ट ऑफ आवर ट्रीटमेंट है कि हम लोगों को ये एजुकेट करते हैं कि उनको कसरत या किसी टाइप की एक्सरसाइज, फिजिकल एक्टिविटी बहुत ज़रूरी है। ये सिर्फ एक सलाह नहीं है, ये पार्ट ऑफ द ट्रीटमेंट है। ये हम उनको बिठा के ये समझाते हैं कि हम जो भी कर ले, हम जो भी ट्रीटमेंट कर ले, अगर सपोज़ मैंने किसी का घुटने का ट्रीटमेंट किया है, अभी 6 महीने बाद वो पर्सन मेरे पास आता है, उनके 5 से 10 किलो बढ़ गया है, उन्होंने कोई कसरत नहीं की, कोई एक्सरसाइज नहीं की है। सो दैट इज़ वेयर ट्रीटमेंट का इफेक्ट भी उतना नहीं आएगा। सो हमें पेशेंट का सपोर्ट भी चाहिए होता है। पेशेंट ने भी एक्सरसाइज करनी है, जो मसल्स वीक हो गए उनमें स्ट्रेंथनिंग करनी है। और एक गुड एक्टिव लाइफस्टाइल लीड करना है। ये तो इंपेरेटिव है, ये तो करना ही करना है पेशेंट को। अच्छा डॉक्टर साहब, डॉक्टर परम को एक और सवाल है। डॉक्टर साहब, जिमें मैं उन्होंने पूछा कि आजकल लाइफ स्टाइल चेंज हो गया, समय नहीं रह गया, ग्राउंड्स ਆਲਮੋਸਟ ਖਤਮ ਹੋ ਗਈਆਂ। ਜਦੋਂ ਅਸੀਂ ਸੀਗੇ ਕਿਤੇ ਕੋਈ ਬਹੁਤ ਸਾਰੀ ਗੇਮਸ ਹੁੰਦੀਆਂ ਆਊਟਡੋਰ ਗੇਮਸ, ਉਹ ਖਤਮ ਹੋ ਗਈਆਂ। ਉਹਦੇ ਲਈ ਤੁਸੀਂ ਕਿਆ ਲੋਕਾਂ ਨੂੰ ਕਿਆ ਮੈਸੇਜ ਦੇਣਾ ਚਾਹੁੰਦੇ ਹੋ? ਨਾਲ ਦੀ ਨਾਲ ਫਿਜ਼ੀਓਥੈਰੇਪੀ ਜਿਹੜੀ ਹੈ ਉਹ ਕਿੰਨੀ ਕੁ ਇੰਪੋਰਟੈਂਟ ਹੈ? ਫਿਜ਼ੀਓਥੈਰੇਪੀ ਮਤਲਬ ਤੁਸੀਂ ਰੂਟੀਨ 'ਚ ਕੋਈ ਵੀ ਐਕਸਰਸਾਈਜ਼ ਕਰਦੇ ਜਾਂ ਯੋਗਾ? ਜੇਕਰ ਅਸੀਂ ਭੰਡਾਰੀ ਸਾਹਿਬ 30 ਮਿੰਟ ਵੀ ਰੋਜ਼ਾਨਾ ਆਪਣੇ ਸਰੀਰ ਵਾਸਤੇ ਕੱਢ ਲਈਏ, ਇਹ ਜ਼ਰੂਰਤ ਨਾਲੋਂ ਜ਼ਿਆਦਾ ਟਾਈਮ ਹੈ। 30 ਮਿੰਟ ਦੀ ਅਗਰ ਗੱਲ ਕਰੀਏ, ਤੁਸੀਂ ਜੇਕਰ ਥੋੜ੍ਹਾ ਆਪਣੇ ਘਰ ਜਾਂ ਆਲੇ ਦੁਆਲੇ ਚੱਕਰ ਲਗਾ ਲਓ। ਜੇਕਰ ਤੁਸੀਂ ਘਰ ਦੇ ਬਾਹਰ, ਜਿਵੇਂ ਤੁਸੀਂ ਕਿਹਾ ਕਿ ਗਰਾਊਂਡਸ ਵਿੱਚ ਜਾਂ ਲੌਨਸ ਵਿੱਚ ਨਹੀਂ ਜਾ ਸਕਦੇ, ਅਤੇ ਇਸ ਤਰ੍ਹਾਂ ਦੀਆਂ ਐਕਸਰਸਾਈਜ਼ ਹਨ ਜਿਹੜੀਆਂ ਕਿ ਤੁਸੀਂ ਆਪਣੇ ਘਰ ਦੇ ਵਿੱਚ ਬੈਠੇ, ਆਪਣੇ ਕਮਰੇ 'ਚ ਬੈਠੇ, ਕੁਰਸੀ 'ਤੇ ਬੈਠੇ ਵੀ ਕਰ ਸਕਦੇ ਹੋ, ਜਿਹਦੇ ਨਾਲ ਕਿ ਤੁਹਾਡੇ ਜੋੜ ਜਿਹੜੇ ਉਹ ਤੰਦਰੁਸਤ ਰਹਿਣਗੇ। ਕੁਛ ਲਾਈਫ ਸਟਾਈਲ ਮੋਡੀਫਿਕੇਸ਼ਨ, ਜਿਸ ਤਰ੍ਹਾਂ ਡਾਈਟਰੀ ਚੇਂਜਸ ਕਰਨੇ ਪੈਣਗੇ, ਜਿਨ੍ਹਾਂ ਬਾਰੇ ਡਾਕਟਰ ਸਵਾਗਤ ਨੇ ਦੱਸਿਆ ਕਿ ਅਸੀਂ ਆਪਣੇ ਮਰੀਜ਼ਾਂ ਨੂੰ ਐਜੂਕੇਟ ਕਰਦੇ ਹਾਂ ਅਤੇ ਮੇਕ ਸ਼ੋਰ ਕਰਦੇ ਹਾਂ ਕਿ ਇਹ ਤੁਹਾਨੂੰ ਕਰਨੇ ਹੀ ਪੈਣਗੇ, ਤਾਂ ਹੀ ਜਿਹੜਾ ਹੈ ਇਸ ਦਾ ਵਧੀਆ ਰਿਜ਼ਲਟ ਆ ਸਕਦਾ ਹੈ। ਤਲਿਆ ਖਾਣਾ, ਮਿੱਠਾ ਜ਼ਿਆਦਾ ਜਿਹੜਾ ਹੈਗਾ ਇਹ ਅਵੋਇਡ ਕਰਨਾ ਚਾਹੀਦਾ ਹੈ। ਫਲਦਾਰ ਜਿਹੜੀਆਂ ਹਰੀਆਂ ਸਬਜ਼ੀਆਂ ਨੇ ਇਹ ਜ਼ਿਆਦਾ ਖਾਣੀਆਂ ਚਾਹੀਦੀਆਂ ਹਨ। ਪ੍ਰੋਟੀਨ ਲੈਣਾ ਚਾਹੀਦਾ ਹੈ। ਦੁੱਧ, ਦਹੀਂ, ਇਹ ਚੀਜ਼ਾਂ ਅੱਛੀਆਂ ਹਨ ਜੋੜਾਂ ਵਾਸਤੇ। ਅਖਰੋਟ ਅੱਛੇ ਹਨ। ਇਸ ਤਰ੍ਹਾਂ ਦੀਆਂ ਚੀਜ਼ਾਂ ਜੇਕਰ ਅਸੀਂ ਆਪਣੀ ਰੋਜ਼ਮਰਾ ਦੀ ਕਹਿ ਲਓ ਖੁਰਾਕ ਵਿੱਚ ਐਡ ਕਰ ਲਈਏ, ਸ਼ਾਮਿਲ ਕਰ ਲਈਏ, ਅਤੇ ਸਾਡੇ ਜੋੜਾਂ 'ਤੇ ਵੈਸੇ ਵੀ ਇਸਦਾ ਚੰਗਾ ਪ੍ਰਭਾਵ ਹੀ ਪਏਗਾ। ਜਿੰਨਾ ਕਿ ਅਸੀਂ ਆਪਣੇ ਬੋਡੀ ਦਾ ਮੈਟਾਬੋਲਿਜ਼ਮ ਅੱਛਾ ਰੱਖਾਂਗੇ, ਆਪਣੇ ਵੇਟ ਨੂੰ ਅਗਰ ਕੰਟਰੋਲ ਵਿੱਚ ਰੱਖਾਂਗੇ, ਅਤੇ ਸਾਡੇ ਜਿਹੜੇ ਵੀ ਜੋੜ ਹਨ ਦੁਖਦੇ ਹਨ, ਉਹਨਾਂ 'ਤੇ ਵੀ ਆਟੋਮੈਟਿਕਲੀ ਇਸ ਦਾ ਚੰਗਾ ਪ੍ਰਭਾਵ ਪਏਗਾ। 30 ਮਿੰਟ ਦਿਨ ਦੇ ਵਿੱਚ ਇੱਕ ਮਿਨੀਮਮ ਹੈ ਜਿਹੜਾ ਕਿ ਸਾਨੂੰ ਆਪਣੇ ਲਈ ਕੱਢਣਾ ਚਾਹੀਦਾ। ਵੈਸੇ ਤਾਂ ਡਾਕਟਰ ਸਾਹਿਬ 24 ਘੰਟੇ ਹੁੰਦੇ ਨੇ, ਜੇ 30 ਮਿੰਟ ਅਸੀਂ ਕੱਢ ਲਈਏ ਤਾਂ ਬਿਲਕੁਲ ਇਹਨਾਂ ਦੀ ਗੱਲ ਠੀਕ ਹੈ ਕਿ ਆਪਣੇ ਆਪ ਨੂੰ ਸਿਹਤਮੰਦ ਰੱਖਿਆ ਜਾ ਸਕਦਾ। ਨਹੀਂ ਤਾਂ ਫਿਰ ਡਾਕਟਰ ਤਾਂ ਹੈ ਹੀ ਹੈ। ਤੁਹਾਨੂੰ ਦਰਦ ਹੁੰਦੀ ਹੈ ਅਤੇ ਪੇਨ ਮੈਨੇਜਮੈਂਟ ਕਲੀਨਿਕ ਫਿਰ ਉਹਨਾਂ ਲਈ ਖੋਲ੍ਹਿਆ ਜਿਨ੍ਹਾਂ ਕੋਲ ਸਮਾਂ ਨਹੀਂ ਹੈ, ਬਾਅਦ 'ਚੋਂ ਡਾਕਟਰ ਕੋਲ ਆ ਕੇ ਅਤੇ ਟਰੀਟਮੈਂਟ ਕਰਾਉਣਾ। ਵੈਸੇ ਅਸੀਂ ਇਹਨਾਂ ਦੀ ਟੀਮ ਨੂੰ ਪੂਰੀ ਵਧਾਈ ਦਿੰਦੇ ਹਾਂ, ਕਿਉਂਕਿ ਇੱਕ ਸਾਲ ਦੇ ਵਿੱਚ 500 ਮਰੀਜ਼ਾਂ ਦਾ ਇਲਾਜ ਕਰਨਾ, ਉਹਦੇ 'ਤੇ ਸਟੱਡੀ ਕਰਨਾ, ਫਿਰ ਇੰਟਰਨੈਸ਼ਨਲ ਲੈਵਲ ਦੇ ਉੱਤੇ ਪੇਪਰ ਜਿਹੜਾ ਉਹ ਪਬਲਿਸ਼ ਕਰਾਉਣਾ ਕੋਈ ਛੋਟੀ ਗੱਲ ਨਹੀਂ ਸੀ। ਇਸ ਕਰਕੇ ਪੇਨ ਕਲੀਨਿਕ ਦੀ ਸ਼ੁਰੂਆਤ, ਉਹਦੇ ਚੰਗੇ ਰਿਜ਼ਲਟ ਆਉਣੇ ਸ਼ੁਰੂ ਹੋ ਗਏ। ਬਹੁਤ ਸਾਰੇ ਲੋਕ ਸੰਪਰਕ ਕਰ ਰਹੇ ਇਹਨਾਂ ਨੂੰ ਬਾਹਰੋਂ ਵੀ, ਕਿਉਂਕਿ ਅੱਜ ਵੀ ਜਿਹੜਾ ਮੈਡੀਕਲ ਟਰੀਟਮੈਂਟ ਹੈ ਨਾ ਉਹ ਇੰਡੀਆ ਦੇ ਵਿੱਚ ਬਹੁਤ ਚੰਗਾ ਅਤੇ ਵਿਦੇਸ਼ਾਂ ਨਾਲੋਂ ਸਸਤਾ ਹੈ। ਸਾਡੀ ਵੀ ਦਰਸ਼ਕਾਂ ਨੂੰ ਬੇਨਤੀ ਹੈ, ਜੇ ਤੁਹਾਨੂੰ ਕਿਸੇ ਕੋਈ ਪੁਰਾਣੀ ਜੋੜਾਂ ਦੇ ਦਰਦਾਂ ਤੋਂ ਤੁਹਾਨੂੰ ਕੋਈ ਤਕਲੀਫ ਹੈ ਅਤੇ ਅਮਨਦੀਪ ਹੌਸਪੀਟਲ ਦੇ ਡਾਕਟਰਾਂ ਨਾਲ ਸੰਪਰਕ ਕਰੋ ਅਤੇ ਤੁਹਾਡੀ ਜਿਹੜੀ ਹੈ ਦਰਦ ਹੈ ਉਹਨੂੰ ਜ਼ਰੂਰ ਹੀ ਉਸ ਤੋਂ ਨਿਜਾਤ ਮਿਲੇਗੀ। ਅੰਮ੍ਰਿਤਸਰ ਤੋਂ D4 ਨਿਊਜ਼ ਲਈ ਦੀਪਕ ਭੰਡਾਰੀ ਦੀ ਖਾਸ ਰਿਪੋਰਟ।